ਸਮੰਜਸ ਬਣੇ। ਤਾਂ ਜਿਵੇਂ ਬਾਬਾ ਗੁਰਦਿੱਤਾ ਜੀ ਇਸ ਪਹਾੜੀ ਇਲਾਕੇ ਦੇ ਵਿੱਚ ਆਪ ਵਿਚਰ ਰਹੇ ਹਨ, ਨਾਲ ਸੇਵਕ ਸਿੱਖ ਵੀ ਨੇ, ਤਾਂ ਕਿਤੇ ਬਾਬਾ ਗੁਰਦਿੱਤਾ ਜੀ ਥੋੜਾ ਅਗਾਂਹ ਲੰਘੇ, ਇਹ ਸੇਵਕ ਦੂਸਰੇ ਪਾਸੇ ਚਲੇ ਗਏ। ਤਾਂ ਇੱਕ ਜੋ ਗਊ ਇਹ ਪਹਾੜੀਆਂ ਦੀ ਘਾਹ ਚੱਲ ਰਹੀ ਸੀ, ਕਿਤੇ ਉਸ ਦੇ ਵੱਲ ਜਦੋਂ ਨਿਸ਼ਾਨਾ ਤੱਕਿਆ ਤਾਂ ਉਧਰ ਗੋਲੀ ਚਲਾਈ ਤਾਂ ਉਸ ਗਊ ਦੇ ਗੋਲੀ ਲੱਗ ਗਈ, ਜਿਹਦੇ ਨਾਲ ਉਹ ਗਊ ਦੀ ਮੌਤ ਹੋ ਗਈ। ਜਿਸ ਸਮੇਂ ਉਹਨਾਂ ਦੇ ਮਾਲਕਾਂ ਨੇ ਆ ਕੇ ਦੇਖਿਆ ਕਿ ਗਊ ਤਾਂ ਹੁਣ ਮਰ ਚੁੱਕੀ ਹੈ, ਤੇ ਉਹਨਾਂ ਦੇ ਕੋਲ ਇਹ ਜਿਹੜਾ ਸੇਵਕ ਹੈ ਇਹ ਵੀ ਪਹੁੰਚ ਗਿਆ ਤੇ ਬਹੁਤ ਦੁੱਖ ਮਨ ਦੇ ਵਿੱਚ ਜ਼ਾਹਰ ਕੀਤਾ ਵੀ ਇਹ ਚੰਗਾ ਨਹੀਂ ਹੋਇਆ, ਗਊ ਦੀ ਮੌਤ ਹੋਈ ਆ, ਬਹੁਤ ਮਾੜਾ ਹੋਇਆ। ਪਰ ਉਹਨਾਂ ਨੇ ਕਿਹਾ ਵੀ ਇਹ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ। ਤੇ ਦੂਸਰੀ ਗੱਲ, ਜਿੱਥੇ ਧਰਮ ਤੌਰ ਤੇ ਆਉਂਦੀ ਆ ਕਿ ਗਊ ਦਾ ਬਹੁਤ ਉਹ ਸਤਿਕਾਰ ਕਰਦੇ ਹਨ ਕਿ ਤੁਸੀਂ ਸਾਡੀ ਗਊ ਨੂੰ ਮਾਰ ਦਿੱਤਾ, ਬਹੁਤ ਵੱਡਾ ਨਿਰਾਦਰ ਕੀਤਾ। ਤਾਂ ਉਹਨਾਂ ਨੇ ਉਸ ਨੂੰ ਫੜਿਆ, ਘੋੜਾ ਵੀ ਬੰਨ੍ਹ ਲਿਆ, ਉਸ ਨੂੰ ਵੀ ਫੜ ਲਿਆ। ਤਾਂ ਬਾਬਾ ਗੁਰਦਿੱਤਾ ਜੀ ਨੂੰ ਜਦੋਂ ਪਤਾ ਲੱਗਿਆ, ਇੱਧਰ ਵਾਪਸ ਆਏ, ਇੱਧਰ ਸਾਰੇ ਪਹਾੜੀਏ ਇਕੱਠੇ ਹੋਏ। ਤਾਂ ਉਸ ਸਮੇਂ ਉਹ ਕਹਿੰਦੇ ਆ ਵੀ ਜਾਂ ਤੇ ਅਸੀਂ ਜਾ ਕਰਕੇ ਰਾਜੇ ਦੇ ਕੋਲ ਪੁਕਾਰੂ ਹੋਵਾਂਗੇ, ਗੁਰੂ ਸਾਹਿਬ ਦੇ ਕੋਲ ਜਾ ਕੇ ਵੀ ਅਸੀਂ ਪੁਕਾਰੂ ਹੋਵਾਂਗੇ ਕਿ ਸਾਡੀ ਗਊ ਜਿਹੜੀ ਆ ਉਹ ਮਾਰ ਦਿੱਤੀ ਆ, ਤੇ ਨਹੀਂ ਫਿਰ ਇਸ ਗਊ ਨੂੰ ਜਿਉਂਦਾ ਕਰੋ। ਤਾਂ ਬਾਬਾ ਗੁਰਦਿੱਤਾ ਜੀ ਹੁਣ ਇਹ 'ਤੇ ਵਿਚਾਰ ਕਰਦੇ ਆ ਵੀ ਜੇਕਰ ਗਊ ਨੂੰ ਜਿਉਂਦਾ ਕੀਤਾ ਤਾਂ ਅਜ਼ਮਤ ਦਿਖਾਈ ਜਾਵੇਗੀ, ਪਰ ਅਸੀਂ ਕਰਾਮਾਤ ਨੂੰ ਦਿਖਾ ਨਹੀਂ ਸਕਦੇ। ਇਸ ਅਜਰ ਸ਼ਕਤੀ ਨੂੰ ਆਪਣੇ ਅੰਦਰ ਜਰਨਾ ਹੈ ਤੇ ਸਾਡੇ ਪਿਤਾ ਗੁਰੂ ਜੀ ਇਸ 'ਤੇ ਨਾਰਾਜ਼ ਹੋਣਗੇ। ਤੇ ਜੇਕਰ ਨਾ ਜਿਉਂਦੀ ਕੀਤੀ ਤਾਂ ਰਾਜੇ ਕੋਲ ਵੀ ਪੁਕਾਰੂ ਹੋਣਗੇ ਤੇ ਪਿਤਾ ਜੀ ਕੋਲ ਪੁਕਾਰੂ ਹੋਣਗੇ, ਫਿਰ ਵੀ ਸਾਡੇ 'ਤੇ ਨਾਰਾਜ਼ ਹੋਣਗੇ ਵੀ ਇਹ ਜਿਹੜਾ ਸੇਵਕ ਹੈ, ਚਾਹੇ ਨਿਸ਼ਾਨਾ ਇਹਨੇ ਲਾਇਆ, ਇਹਦੇ ਹੱਥੋਂ ਗਊ ਮਰੀ ਆ, ਤੇ ਪਰ ਇਹਦੇ 'ਚ ਇਹ ਹੋਵੇਗਾ ਕਿ ਗੁਰੂ ਕੇ ਪੁੱਤਰ ਤੋਂ ਇਹ ਗਊ ਮਰੀ ਆ, ਭਾਵ ਸਾਡਾ ਸੇਵਾਦਾਰ ਹੈ, ਸਾਡਾ ਸੇਵਕ ਹੈ, ਤੇ ਨਾਮ ਸਾਡਾ ਆਉਣਾ ਵੀ ਗੁਰੂ ਦੇ ਪੁੱਤਰ ਨੇ ਗਊ ਨੂੰ ਮਾਰ ਦਿੱਤਾ। ਤਾਂ ਇਹ ਵੀ ਠੀਕ ਨਹੀਂ ਹੈ, ਇਹਦੇ ਵਿੱਚ ਵੀ ਨਿਰਾਦਰ ਹੈ। ਤਾਂ ਇਸ ਕਰਕੇ ਹੁਣ ਉਹ ਬਹੁਤ ਜਿਹੜਾ ਸਮਾਂ ਹੈ ਉੱਥੇ ਖੜੇ ਰਹੇ, ਇਸ ਗੱਲ ਨੂੰ ਲੈ ਕਰਕੇ ਸੋਚਦੇ ਰਹੇ ਆ ਜੀ। ਵਿਧੀ ਕਰਹਿ ਹੋਏ ਕਨਈਏ। ਤੇ ਇਸ ਕਰਕੇ ਜਦੋਂ ਕਰਹਿ ਕਹਾ ਅਸਮੰਜਸ ਬਣੇ, ਤੇ ਬਾਬਾ ਗੁਰਦਿੱਤਾ ਜੀ ਦੇਖਦੇ ਆ ਵੀ ਹੁਣ ਕੀ ਕਰੀਏ। ਕਿਤੇ ਦੋਵੇਂ ਪਾਸੇ ਗੱਲ ਬੜੀ ਹੈਰਾਨ ਕਰਨ ਵਾਲੀ ਹੋ ਚੁੱਕੀ ਆ। ਉਹ ਵਾਰ-ਵਾਰ ਆਖਦੇ ਆ ਵੀ ਤੁਸੀਂ ਗੁਰੂ ਕੇ ਸਪੁੱਤਰ ਹੋ, ਤੁਹਾਡੇ 'ਚ ਇੰਨੀ ਕਰਾਮਾਤ ਹੈ ਵੀ ਤੁਸੀਂ ਇਹਨੂੰ ਜਿਉਂਦੀ ਕਰ ਸਕਦੇ ਹੋ। ਜਿਉਂਦੀ ਕਰ ਦਿਓਗੇ ਤੇ ਆਪਣਾ ਸੇਵਕ ਸਾਥੋਂ ਲੈ ਜਾਓ ਛੁਡਾ ਕੇ, ਤੇ ਨਹੀਂ ਅਸੀਂ ਛੱਡਾਂਗੇ ਨਹੀਂ। ਜੇ ਤੁਸੀਂ ਸਾਡੇ 'ਤੇ ਸ਼ਸਤਰ ਵਰਤੋਗੇ, ਤੁਹਾਡੇ ਕੋਲ ਸ਼ਸਤਰ ਹੈ, ਤੁਹਾਡਾ ਮੁਕਾਬਲਾ ਬੇਸ਼ੱਕ ਨਹੀਂ ਕਰ ਸਕਦੇ, ਪਰ ਫਿਰ ਵੀ ਅਸੀਂ ਪੁਕਾਰੂ ਹੋਵਾਂਗੇ ਵੀ ਸਾਡੇ 'ਤੇ ਸ਼ਸਤਰ ਚਲਾਇਆ। ਤੇ ਇਸ ਕਰਕੇ ਵੀ ਹੁਣ ਇਹ ਗਊ ਨੂੰ ਜਿਉਂਦੇ ਕਰਕੇ ਦਿਓ, ਤੇ ਨਹੀਂ ਅਸੀਂ ਸੇਵਾਦਾਰ ਤੁਹਾਡਾ ਨਹੀਂ ਛੱਡਣਾ। ਤਾਂ ਹੁਣ ਨਾਲ ਲਿਆਂਦੀ ਦੀ ਵੀ ਜਿਹੜੀ ਬਾਬਾ ਗੁਰਦਿੱਤਾ ਜੀ ਨੂੰ ਲਾਜ ਹੈ ਵੀ ਇਹ ਸਾਡੇ ਨਾਲ ਆਇਆ, ਇਸ ਕਰਕੇ ਅਸਮੰਜਸ ਬਣੇ। ਤਾਂ ਹੁਣ ਦੋਵੇਂ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਅਣਮਣ ਗੱਲਾਂ ਬਣ ਗਈਆਂ ਵੀ ਹੁਣ ਕੀ ਕੀਤਾ ਜਾਵੇ। ਜਿਉਂਦੀ ਕਰਾਂਗੇ ਤਾਂ ਵੀ ਪਿਤਾ ਜੀ ਨਾਰਾਜ਼ ਹੋਣਗੇ, ਉੱਥੇ ਜਾ ਕੇ ਜੇ ਪੁਕਾਰੂ ਹੋ ਗਏ ਫਿਰ ਵੀ ਪਿਤਾ ਜੀ ਨਾਰਾਜ਼ ਹੋਣਗੇ ਵੀ ਗਊ 'ਤੇ ਕਿਉਂ ਵਾਰ ਕੀਤਾ। ਗਊ ਗਰੀਬ ਦੀ ਤਾਂ ਪਿਤਾ ਸਤਿਗੁਰੂ ਜੀ ਰੱਖਿਆ ਕਰਦੇ ਆਏ ਆ ਵੀ ਕਿਉਂ ਕੀਤਾ। ਦੋਨੋਂ ਵਿਧੀ ਕਹਿਰ ਹੋਏ ਘਨੇ, ਤੇ ਦੋਨੇ ਪਾਸੇ ਹੀ ਇੱਕ ਤਰ੍ਹਾਂ ਦਾ ਕਹਿਰ ਹੋਵੇਗਾ। ਜੇ ਕਰਾਮਾਤ ਦਿਖਾਉਣੇ ਆ ਤੇ ਕਰਾਮਾਤ ਵੀ ਇਸ ਤਰ੍ਹਾਂ ਜਿਹੜੀ ਆਪਣੀ ਲੋੜ ਵਾਸਤੇ ਕਰਾਮਾਤ ਦਿਖਾਵਾਂਗੇ, ਇਹ ਵੀ ਕਹਿਰ ਰੂਪ ਹੀ ਆ। ਜੇ ਨਾ ਜਿਉਂਦੀ ਕੀਤੀ ਤਾਂ ਫਿਰ ਪਾਪ ਹੋਵੇਗਾ, ਇਹਨਾਂ ਦਾ ਬਹੁਤ ਵੱਡਾ ਨਿਰਾਦਰ ਹੋਵੇਗਾ, ਇਹ ਵੀ ਇੱਕ ਕਹਿਰ ਰੂਪ ਹੋਵੇਗਾ। ਇਹ ਤਾਂ ਗੱਲ ਬੜੀ ਅਸਮੰਜਸ ਜੀ ਅਣਮਨ ਜੀ ਹੋਈ ਆ ਜੀ। ਸੂਰ ਵੀ ਮਗ ਪਾਪ ਹੈ ਪਰ, ਤੇ ਜੋ
ਪਹਾੜੀ ਲੋਕ ਹੈ ਉਹਨਾਂ ਦੇ ਮੁਤਾਬਕ ਜੋ ਹਿੰਦੂ ਧਰਮ ਨੂੰ ਮੰਨਦੇ ਹਨ ਸਾਰੇ ਪਹਾੜੀਏ, ਉਹ ਆਖਦੇ ਆ ਵੀ ਗਊ ਨੂੰ ਇਦਾਂ ਮਾਰ ਦੇਣਾ ਇੱਕ ਬਹੁਤ ਵੱਡਾ ਇਹ ਭਾਰਾ ਪਾਪ ਹੋ ਗਿਆ। ਉਹ ਕਹਿੰਦੇ ਆ ਵੀ ਪਾਪ ਹੋ ਗਿਆ। ਉਹਨਾਂ ਵੱਲ ਵੀ ਦੇਖਦੇ ਆ ਕਿਉਂਕਿ ਗੁਰੂ ਸਾਹਿਬ ਹਰ ਧਰਮ ਦਾ ਸਤਿਕਾਰ ਕਰਦੇ ਆ, ਕਿਸੇ ਦਾ ਨਿਰਾਦਰ ਨਹੀਂ ਕਰਦੇ। ਤੇ ਬਾਬਾ ਗੁਰਦਿੱਤਾ ਜੀ ਉਧਰ ਵੀ ਦੇਖਦੇ ਆ ਵੀ ਇਹਨਾਂ ਦੇ ਮੁਤਾਬਕ ਬਹੁਤ ਵੱਡਾ ਇਹ ਪਾਪ ਹੋ ਚੁੱਕਿਆ ਹੈ ਜੀ। ਕਰਮਾਤ ਦੇ ਦਯੋਦਰ ਤੇ ਜੇ ਹੁਣ ਕਰਾਮਾਤ ਵਰਤਦੇ ਆ ਤੇ ਫਿਰ ਵੀ ਸਾਡੇ ਸਿਰ ਬਹੁਤ ਵੱਡਾ ਦੋਸ਼ ਹੋਵੇਗਾ। ਮਨ ਉਹਨਾਂ ਨੂੰ ਆਉਣ ਵਾਲਾ ਸਮਾਂ ਦਿਸਣ ਲੱਗ ਪਿਆ, ਜੇ ਕਰਾਮਾਤ ਦਿਖਾਵਾਂਗੇ ਹੋ ਸਕਦਾ ਸਾਨੂੰ ਆਪਣਾ ਆਪ ਦਾ ਬਲਿਦਾਨ ਦੇਣਾ ਪਵੇ। ਇਸ ਕਰਕੇ ਵੀ ਹੁਣ ਇੱਕ ਕੰਮ ਤਾਂ ਸਾਨੂੰ ਕਰਨਾ ਪਵੇਗਾ ਜੀ। ਚਿਰ ਰਹੇ ਕਹਿ ਕੇ ਤਕ ਕਾਲ ਉਸ ਸਮੇਂ ਦਾ ਜ਼ਿਕਰ ਕਵੀ ਜੀ ਕਰਦੇ ਆ ਕਿ ਬਾਬਾ ਗੁਰਦਿੱਤਾ ਜੀ ਨੇ ਉਹਨਾਂ ਨੂੰ ਕੋਈ ਹਾਂ ਜਾਂ ਨਾ ਦਾ ਜਵਾਬ ਹੀ ਨਹੀਂ ਉਸ ਤੋਂ ਬਾਅਦ ਦਿੱਤਾ। ਉਹ ਕਹਿਣ ਲੱਗੇ ਵੀ ਅਸੀਂ ਥੋੜਾ ਇਸ ਤੇ ਵਿਚਾਰ ਕਰਦੇ ਹਾਂ, ਥੋੜਾ ਸੋਚਦੇ ਹਾਂ ਵੀ ਜੇ ਕਰਾਮਾਤ ਤੋਂ ਬਿਨਾ ਕੋਈ ਹੋਰ ਇਹਦਾ ਹੱਲ ਹੋ ਜਾਵੇ ਤੇ ਜਿਹਦੇ ਨਾਲ ਤੁਹਾਡੀ ਵੀ ਇੱਜ਼ਤ ਰਹਿ ਜਾਵੇ, ਤੁਹਾਡਾ ਵੀ ਪੱਖ ਰਹਿ ਜੇ ਤੇ ਸੇਵਕ ਦਾ ਵੀ ਰਹਿ ਜਾਵੇ। ਤਾਂ ਕਹਿੰਦੇ ਥਿਰੇ ਰਹੇ ਤਾਂ ਕੇਤਕ ਕਾਲਾ। ਬਾਬਾ ਗੁਰਦਿੱਤਾ ਜੀ ਕਿੰਨਾ ਕੁ ਚਿਰ ਉੱਥੇ ਖੜੇ ਰਹੇ, ਆਪ ਸੋਚਦੇ ਰਹੇ ਵੀ ਗੱਲ ਅਣਬਣ ਬਣੀ ਆ, ਇਹਦਾ ਕੀ ਹੱਲ ਕੀਤਾ ਜਾਵੇ ਜੀ। ਹਿਰਦੈ ਵਿਚਰਤ ਰਹੇ ਵਿਸਲ ਤੇ ਥੋੜਾ ਨਹੀਂ ਸੋਚਿਆ, ਬਹੁਤ ਜ਼ਿਆਦਾ ਉਹਨਾਂ ਨੇ ਇਸ ਤੇ ਸੋਚਣਾ ਸ਼ੁਰੂ ਕੀਤਾ, ਸੋਚਦੇ ਰਹੇ ਆ ਜੀ। ਜਗਨਤ ਕਰੇ ਸਭ ਹੂੰ ਪਹਾੜੀ ਤੇ ਜਿਹੜੇ ਪਹਾੜੀ ਲੋਕ ਹੈ ਉਹਨਾਂ ਦਾ ਉਹੋ ਜਿਹਾ ਸੁਭਾਅ ਹੈ, ਉਹੋ ਜੀ ਉਹਨਾਂ ਦੀ ਆਪਣੀ ਬੁੱਧ ਹੈ। ਉਹ ਦੂਜੇ ਸੇਵਾਦਾਰ ਜਿਹੜੇ ਨਾਲ ਹੋਰ ਹੈ ਉਹਨਾਂ ਨਾਲ ਝਗੜਦੇ ਰਹੇ ਥੋੜਾ ਵੀ ਇਦਾਂ ਖੜ ਕੇ ਕੰਮ ਨਹੀਂ ਹੋਣਾ ਤੇ ਸਾਨੂੰ ਤਾਂ ਸਾਡੀ ਗਊ ਜਿਉਂਦੀ ਕਰਕੇ ਦਿਓ। ਤਾਂ ਉਹ ਥੋੜਾ ਝਗੜਾ ਕਰਦੇ ਰਹੇ, ਬੋਲਦੇ ਰਹੇ ਜੀ। ਆਪਣੇ ਪਰ ਕੇ ਪੈ ਨਰ ਚਰੀ ਇਸੇ ਕਰਕੇ ਜਿਹੜੇ ਆਪਣੇ ਪਰ ਕੇ ਭੇ ਨਰ ਝਾਰੀ ਦਾ ਭਾਵ ਹੈ ਜੋ ਆਪਣੇ ਤੇ ਪਰਾਏ ਨਰ ਸੀ। ਭਾਵ ਜਿਵੇਂ ਸਾਰੇ ਪਹਾੜੀਏ ਪਹਿਲਾਂ ਕਿਸੇ ਦਾ ਨਹੀਂ ਸੀ ਪ੍ਰੇਮ ਚਾਹੀ ਸੀ, ਪਰ ਫਿਰ ਜਦੋਂ ਸਾਰੇ ਇਕੱਠੇ ਹੋ ਗਏ ਉਹ ਤਾਂ ਸਾਰੇ ਇੱਕ ਪਾਸੇ ਹੋ ਗਏ। ਤਾਂ ਥੋੜੇ ਨਹੀਂ ਸੀ, ਬਹੁਤ ਸੀ, ਉਹ ਸਾਰੇ ਇਕੱਠੇ ਹੋਏ ਬੈਠੇ ਆ। ਤੇ ਇਸੇ ਕਰਕੇ ਚਾਰੇ ਪਾਸੇ ਜਿੱਧਰ ਵੀ ਦੇਖਦੇ ਆ ਉਹ ਪਹਾੜੀ ਲੋਕ ਹੀ ਨਜ਼ਰ ਆਉਂਦੇ ਆ ਜੀ। ਦੋਹਰਾ ਸ਼੍ਰੀ ਗੁਰਦਿੱਤੇ ਸੰਗ ਮੈਂ ਸੁਭੜੋ ਤੇ ਤਸਥਾਨ ਤੇ ਜਿਹੜੇ ਬਾਬਾ ਗੁਰਦਿੱਤਾ ਜੀ ਦੇ ਨਾਲ ਸਿਪਾਹੀ ਹੈ ਨਾ ਹੁਤੇ ਤੇ ਸਥਾਨ, ਉਸ ਸਮੇਂ ਬਾਬਾ ਗੁਰਦਿੱਤਾ ਜੀ ਦੇ ਕੋਲ ਹਾਜ਼ਰ ਹੈ ਜੀ। ਹਾਥ ਜੋਰ ਬੋਲੇ ਸਗਲ ਕਰੇ ਸੂਤ ਸਾਸ ਜਾਨ। ਉਹਨਾਂ ਨੇ ਫਿਰ ਦੋਵੇਂ ਹੱਥ ਬਾਬਾ ਗੁਰਦਿੱਤਾ ਜੀ ਦੇ ਅੱਗੇ ਜੋੜਨਾ ਕੀਤੇ ਵੀ ਹੁਣ ਬਹੁਤ ਰੌਲਾ ਪਾ ਰਹੇ ਆ, ਝਗੜਾ ਕਰ ਰਹੇ ਆ ਤੇ ਤੁਸੀਂ ਇਹਨਾਂ ਦਾ ਕੋਈ ਨਾ ਕੋਈ ਫੈਸਲਾ ਜਿਵੇਂ ਵੀ ਆਉਂਦਾ ਉਵੇਂ ਕਰ ਦਿਓ ਕਿ ਹੇ ਗੁਰੂ ਕੇ ਸੁਪੁੱਤਰ, ਤੁਸੀਂ ਸੁਜਾਨ ਹੋ, ਤੁਸੀਂ ਬਹੁਤ ਸਿਆਣੇ ਸਮਝ ਵਾਲੇ ਹੋ ਜੀ। ਚੌਪਾਈ ਮਰੀ ਗਾਂ ਤੇ ਦੁਸ਼ਕ ਨੇਰੇ ਜੇਕਰ ਹੁਣ ਦੋਸ਼ ਹੈ ਇਹ ਗਊ ਮਰ ਚੁੱਕੀ ਆ ਤੇ ਆਪਣੇ ਹੀ ਸੇਵਕ ਦੀ ਬੰਦੂਕ ਦੀ ਇਹਦੇ ਗੋਲੀ ਲੱਗੀ ਆ, ਇਸ ਵਿੱਚ ਕੋਈ ਫਰਕ ਨਹੀਂ ਹੈ। ਤੇ ਇਹ ਗਊ ਜਦੋਂ ਹੁਣ ਮਰੀ ਆ ਇਹਦੇ ਵਿੱਚ ਬਹੁਤ ਵੱਡਾ ਦੋਸ਼ ਅਪਰਾਧ ਹੈ। ਤਾਂ ਇਹਦੇ ਵਿੱਚ ਵੀ ਗੁਰੂ ਸਾਹਿਬ ਜ਼ਰੂਰ ਨਾਰਾਜ਼ ਹੋਣਗੇ ਕਿਉਂਕਿ ਆਪ ਗਊ ਗਰੀਬ ਦੀ ਉਹ ਰੱਖਿਆ ਕਰਦੇ ਆ। ਤੇ ਫਿਰ ਬਹੁਤ ਵੱਡੀ ਗੱਲ ਹੋ ਜਾਵੇਗੀ ਸੰਸਾਰ ਦੇ ਵਿੱਚ ਕਿ ਗੁਰੂ ਸਾਹਿਬ ਦੇ ਸੁਪੁੱਤਰ ਨੇ ਇਹ ਗਊ ਨੂੰ ਮਾਰ ਦਿੱਤਾ। ਪਾਸ ਸੇਵਕ ਨੂੰ ਕੌਣ ਜਾਣਦਾ ਹੈ? ਤੇ ਆਖਣਗੇ ਗੁਰੂ ਸਾਹਿਬ ਦੇ ਸੁਪੁੱਤਰ ਨੇ ਗਊ ਮਾਰ ਦਿੱਤੀ ਹੈ। ਇਸ ਕਰਕੇ ਇਹਦੇ ਚ ਬਹੁਤ ਵੱਡਾ ਦੋਸ਼ ਅਪਰਾਧ ਹੈ ਜੀ। ਜੀਵ ਹੈ ਹੋਏ ਕੁਛ ਵਡੇਰੇ ਤੇ ਜੇਕਰ ਇਹ ਗਊ ਜਿਉਂਦੀ ਹੋ ਜਾਂਦੀ ਆ ਤੇ ਸਾਰੇ ਪਹਾੜੀਆਂ ਦੇ ਅੰਦਰ ਖੁਸ਼ੀ ਆ ਜਾਵੇਗੀ, ਝਗੜਾ ਵੀ ਮਿਟ ਜੂਗਾ
ਇਹਨਾਂ ਦੀ ਗੁਰੂ ਘਰ ਪ੍ਰਤੀ ਬਹੁਤ ਸ਼ਰਧਾ ਭਾਵਨਾ ਵੱਧ ਜਾਵੇਗੀ ਜੀ। ज्यों क्या कर दीज है इस प्राण। ਤੇ ਇਹ ਤੇ ਆਪਾਂ ਨੂੰ ਪਤਾ ਹੈ ਵੀ ਜਦੋਂ ਤੱਕ ਇਹ ਗਊ ਇਹਦੇ ਚ ਪ੍ਰਾਣ ਨਹੀਂ ਪੈਂਦੇ, ਸਵਾਸ ਨਹੀਂ ਪੈਂਦੇ, ਉਦੋਂ ਤੱਕ ਇਹਨਾਂ ਨੇ ਰੌਲਾ ਪਾਉਣੋਂ ਨਹੀਂ ਹਟਣਾ। ਜਦੋਂ ਤੱਕ ਇਹਦੇ ਚ ਪ੍ਰਾਣ ਨਹੀਂ ਪੈਂਦੇ, ਜਿਉਂਦੀ ਨਹੀਂ ਨਾ ਹੁੰਦੀ, ਉਦੋਂ ਤੱਕ ਇਹਨਾਂ ਨੇ ਰੌਲਾ ਪਾਉਣੋਂ ਨਹੀਂ ਹਟਣਾ ਹੈ। ਜਿਉਂ ਕਿਉਂ ਜਿਵੇਂ ਕਿਵੇਂ ਕਰਕੇ ਨਾ ਤੁਸੀਂ ਇਹਦੇ ਚ ਪ੍ਰਾਣ ਪਾ ਦਿਓ, ਇੱਕ ਵਾਰੀ ਇਹਦੇ ਚ ਸਵਾਸ ਪਾ ਦਿਓ ਜੀ। सब दिश ते कहा हुए हान। ਤੇ ਜਿਹੜਾ ਐਡਾ ਵੱਡਾ ਝਗੜਾ ਹੋ ਰਿਹਾ, ਰੌਲਾ ਪੈ ਰਿਹਾ ਨਾ, ਇਹ ਸਾਰੇ ਦਾ ਸਾਰਾ ਖਤਮ ਹੋ ਜਾਵੇਗਾ ਜੀ। पातक मिट है पौन अधिकारी। ਇਸੇ ਕਰਕੇ ਵੀ ਗੁਰੂ ਸਾਹਿਬ ਵੀ ਆਪਣੇ ਆਨੰਦ ਦੇ ਵਿੱਚ ਰਹਿੰਦੇ ਆ। ਹੁਣ ਉਹ ਵੀ ਨਹੀਂ ਚਾਹੁੰਦੇ ਵੀ ਕਿਸੇ ਨਾਲ ਜੰਗ ਯੁੱਧ ਹੋਵੇ, ਚਾਹੇ ਉਹ ਸ਼ਸਤਰ ਦਾ ਅਭਿਆਸ ਕਰਦੇ ਆ, ਸ਼ਸਤਰਧਾਰੀ ਨੇ, ਤੇ ਜੰਗ ਯੁੱਧ ਕਰਕੇ 4 ਜੰਗਾਂ ਉਹਨਾਂ ਨੇ ਫਤਿਹ ਕੀਤੀਆਂ ਨੇ। ਤੇ ਨਹੀਂ ਤਾਂ ਫਿਰ ਇਹ ਜਾ ਕੇ ਗੁਰੂ ਸਾਹਿਬ ਕੋਲ ਵੀ ਸ਼ਿਕਾਇਤ ਕਰਨਗੇ, ਨਾਰਾਜ਼ ਹੋਣਗੇ, ਤੇ ਨਾਲ ਪਹਾੜੀ ਜਿਹੜੇ ਰਾਜੇ ਆ ਉਹਨਾਂ ਕੋਲ ਵੀ ਇਹ ਜਾਣਗੇ। ਫਿਰ ਇਹਦੇ ਵਿੱਚ ਬਹੁਤ ਜ਼ਿਆਦਾ ਗੱਲ ਵੱਧ ਜਾਵੇਗੀ। ਤੇ ਫਿਰ ਇਹ ਜਿਹੜਾ ਪਾਤਕ ਹੈ ਤੇ ਸਾਰਿਆਂ ਨੂੰ ਇਹਨਾਂ ਨੇ ਕਹਿਣਾ ਵੀ ਗਊ ਮਾਰ ਦਿੱਤੀ ਤੇ ਪਾਪ ਕਰ ਦਿੱਤਾ, ਤੇ ਇਸ ਨਾਮ ਤੇ ਇਹਨਾਂ ਨੇ ਬਹੁਤ ਹੀ ਵੱਡਾ ਝਗੜਾ ਕਰਨਾ ਹੈ। ਇਸ ਕਰਕੇ ਸਾਰੀ ਗੱਲ ਦਾ ਜਿਹੜਾ ਝਗੜਾ ਹੈ ਉਹ ਥੋੜੇ ਜਿਹੇ ਮਿੰਟਾਂ 'ਚ ਮੁੱਕ ਜਾਵੇਗਾ ਜੀ। पसर है कीरत बिमल सदाई। ਤੇ ਜੇ ਤੁਸੀਂ ਮੋਈ ਗਊ ਨੂੰ ਜਿਉਂਦਾ ਕਰ ਦਿੰਦੇ ਹੋ ਤਾਂ ਇਹ ਤੁਹਾਡਾ ਬਹੁਤ ਵੱਡਾ ਇੱਕ ਪੁੰਨ ਹੋਵੇਗਾ, ਬਹੁਤ ਵੱਡਾ ਪੁੰਨ ਹੋਵੇਗਾ ਵੀ ਆਪਣੀ ਉਮਰਾਂ ਭੋਗ ਕੇ ਬੇਸ਼ੱਕ ਕੇ ਪ੍ਰਾਣ ਤਿਆਗ ਜਾਵੇ, ਪਰ ਹੁਣ ਤਾਂ ਸੇਵਕ ਦੀ ਗੋਲੀ ਲੱਗੀ ਆ। ਇਸ ਕਰਕੇ ਜਿਉਂਦਾ ਕਰੋਗੇ ਤਾਂ ਬਹੁਤ ਪੁੰਨ ਹੋਵੇਗਾ। ਤੇ ਜਿਹੜਾ ਇਹ ਸੇਵਕ ਹੈ ਇਹਦੇ ਤੇ ਜਿਹੜਾ ਇਹਦਾ ਪਾਪ ਦਾ ਦੋਸ਼ ਲੱਗਿਆ ਹੈ ਇਹ ਸਾਰੇ ਦਾ ਸਾਰਾ ਮਿਟ ਜਾਵੇਗਾ। ਤੇ ਇਹਦੇ ਨਾਲ ਪਸਰਾ ਕੀਰਤ ਬਿਮਲ ਸਦਾਈ, ਤਾਂ ਜਿਹੜੀ ਚਾਰੇ ਪਾਸੇ ਬਿਮਲ ਸ਼ੁੱਧ ਜਿਹੜੀ ਕੀਰਤੀ ਆ, ਜਿਹੜੀ ਵਡਿਆਈ ਆ, ਉਹ ਸੰਸਾਰ ਵਿੱਚ ਆਪ ਜੀ ਦੀ ਹੋਵੇਗੀ ਜੀ। नर आदक जय अपराजी पावन। ਤੇ ਫਿਰ ਅਸੀਂ ਸਤਿਗੁਰਾਂ ਨੂੰ ਬੇਨਤੀ ਕਰਾਂਗੇ ਵੀ ਆਹ ਝਗੜਾ ਹੋ ਗਿਆ, ਆਹ ਗੱਲਬਾਤ ਹੋ ਗਈ ਸੀ, ਇਸ ਕਰਕੇ ਜਿਉਂਦਾ ਕਰਨਾ ਪਿਆ। ਤੇ ਜਦੋਂ ਤੱਕ ਗੱਲ ਆਉਂਦੀ ਹੈ ਕਿਸੇ ਬੰਦੇ ਦੀ ਵੀ ਗੁਰੂ ਸਾਹਿਬ ਨਾਰਾਜ਼ ਹੋ ਜਾਂਦੇ ਆ ਜੇ ਕਿਸੇ ਬੰਦੇ ਨੂੰ ਜਿਉਂਦਾ ਕਰ ਦਿੰਦੇ ਆ। ਕਿਉਂਕਿ ਪਿੱਛੇ ਪ੍ਰਸੰਗ ਜਿਹੜਾ ਆਇਆ ਸੀ ਬਾਬਾ ਅਟਲ ਰਾਏ ਜੀ ਦਾ, ਉਹਨਾਂ ਨੇ ਬਾਬਾ ਮੋਹਨ ਜੀ ਨੂੰ ਜਿੰਦਾ ਕਰ ਦਿੱਤਾ ਸੀ। ਉਹਦੇ ਥਾਂ ਤੇ ਫਿਰ ਗੁਰੂ ਸਾਹਿਬ ਦਾ ਬਚਨ ਉਹਦੇ ਤਾਂ ਹੀ ਹੋਇਆ, ਕਿਉਂਕਿ ਦਰਸ਼ਨ ਕਰਨ ਆਇਆ ਮਹਾਰਾਜ ਨੇ ਦੂਸਰੇ ਪਾਸੇ ਮੁਖ ਕੀਤਾ, ਫਿਰ ਦਰਸ਼ਨ ਕਰ ਦੂਜੇ ਪਾਸੇ ਆਇਆ, ਤੀਜੇ ਪਾਸੇ ਕਰ ਲਿਆ। ਤੇ ਮਹਾਰਾਜ ਜੀ ਦਾ ਬਚਨ ਹੋਇਆ ਕਿ ਭਾਈ ਅੱਜ ਇਹ ਆਇਆ, ਆਪਾਂ ਇਹਨੂੰ ਜਿਉਂਦਾ ਕਰ ਦਿੱਤਾ, ਤੇ ਕੱਲ ਨੂੰ ਕੋਈ ਰਾਜੇ ਦਾ ਪੁੱਤਰ ਆਵੇ ਮਰ ਜਾਏਗਾ, ਉਹ ਆਖੇਗਾ ਇਹਨੂੰ ਜਿਉਂਦਾ ਕਰੋ, ਪਰਸੋਂ ਕੋਈ ਬਾਦਸ਼ਾਹ ਦਾ ਆਵੇਗਾ, ਚੌਥੇ ਕੋਈ ਹੋਰ ਆਵੇਗਾ। ਇਹ ਤਾਂ ਅਕਾਲ ਪੁਰਖ ਪਰਮਾਤਮਾ ਦੀ ਬਣਾਈ ਹੋਈ ਰਚਨਾ ਦੇ ਵਿਰੁੱਧ ਹੈ। ਉਹਦੀ ਰਜ਼ਾ 'ਚ ਰਹਿਣਾ ਹੈ ਵੀ ਸਾਡੇ ਵੱਡੇ ਪਿਤਾ ਸਤਿਗੁਰੂ ਜੀ ਤੱਤੀ ਤਵੀ ਤੇ ਬੈਠੇ, ਨਾ ਉਹਨਾਂ ਨੇ ਸਹਾਰਿਆ, ਪਰ ਉਹਨਾਂ ਨੇ ਆਪਣੀ ਕਰਾਮਾਤ ਨੂੰ ਯਾਦ ਨਹੀਂ ਕੀਤਾ। ਭਾਵ ਉਹਨਾਂ ਨੇ ਚਾਹੁੰਦੇ ਤਾਂ ਬਹੁਤ ਕੁਝ ਕਰ ਸਕਦੇ ਨੇ, ਪਰ ਉਹਨਾਂ ਨੇ ਵੀ ਆਪਣਾ ਸਰੀਰ ਤਿਆਗਣਾ ਕੀਤਾ ਅਕਾਲ ਪੁਰਖ ਦੀ ਰਜ਼ਾ 'ਚ ਰਹਿ ਕੇ। ਇਸ ਕਰਕੇ ਆਪਾਂ ਆਪਣੇ ਸੁੱਖ ਵਾਸਤੇ ਕਹਿ ਲਓ ਜਾਂ ਆਪਣੀ ਵਡਿਆਈ ਵਾਸਤੇ ਇਹ ਕੰਮ ਨਹੀਂ ਕਰਨਾ। ਜਿੱਥੇ ਕਿਤੇ ਗੁਰਸਿੱਖ ਦਾ ਕੰਮ ਆ ਜਾਂਦਾ ਹੈ, ਕੋਈ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ, ਉੱਥੇ ਸਾਨੂੰ ਉਹਦੇ ਸਹਾਇਕ ਹੋਣਾ ਪੈਂਦਾ, ਜਿਸ ਦੀ ਭਾਵਨਾ ਬਣਦੀ ਹੈ। ਇਸ ਕਰਕੇ ਬਾਬਾ ਮੋਹਨ ਜੀ ਨੂੰ ਉਹਨਾਂ ਨੇ ਆਪਣੀ ਬਾਜੀ ਲੈਣ ਵਾਸਤੇ ਕਿ ਆਇਆ ਹੀ ਨਹੀਂ ਅੱਜ ਖੇਡਣ ਵਾਸਤੇ, ਤੇ ਜਿਉਂਦਾ ਕੀਤਾ ਸੀ। ਉਹਨਾਂ ਦੇ ਮਾਤਾ ਪਿਤਾ ਨੇ ਕੋਈ ਇਸ ਤਰ੍ਹਾਂ ਦੀ ਬੇਨਤੀ ਨਹੀਂ ਸੀ ਕੀਤੀ ਵੀ ਇਹਨੂੰ ਜਿਉਂਦਾ ਕਰੋ। ਤਾਂ ਇਸ ਕਰਕੇ ਫਿਰ ਬਚਨ ਹੋਇਆ ਵੀ ਤੁਹਾਨੂੰ ਭਾਈ ਆਪਣਾ ਹੁਣ ਪ੍ਰਾਣ ਤਿਆਗਣਾ ਪਏਗਾ, ਤੇ ਜਾਂ ਫਿਰ ਅਸੀਂ ਆਪਣਾ ਸਰੀਰ ਤਿਆਗਦੇ ਹਾਂ। ਤੇ ਬਾਬਾ ਅਟਲ ਜੀ ਆਪਣਾ ਸਰੀਰ ਤਿਆਗ ਗਏ ਵੀ ਅਸੀਂ ਕੀ ਕਰਾਂਗੇ, ਪਰ ਤੁਹਾਡੀ ਬਹੁਤ ਲੋੜ ਹੈ ਇਹਨਾਂ ਗੁਰਸਿੱਖਾਂ ਨੂੰ, ਇਹਨਾਂ ਸੰਗਤਾਂ ਨੂੰ, ਤੁਸੀਂ ਇਹਨਾਂ ਨੂੰ ਨਾਮ ਦਾ ਰਸ, ਨਾਮ ਦਾ ਗਿਆਨ ਦਿੰਦੇ ਹੋ। ਇਸ ਕਰਕੇ ਬਾਬਾ ਗੁਰਦਿੱਤਾ ਜੀ ਉਸ ਨੂੰ ਵਿਚਾਰਦੇ ਆ ਵੀ ਗੁਰੂ ਸਾਹਿਬ ਨਾਰਾਜ਼ ਹੋਣਗੇ, ਪਰ ਉਹ ਜਿਹੜੇ ਨਾਲ ਸੇਵਕ ਆ ਉਹ ਆਖਦੇ ਆ ਵੀ ਨਰ ਆਦਿਕ ਜੇ ਅਪਰ ਜਵਾਬ ਨਾ,
ਵੀ ਕਿਸੇ ਬੰਦੇ ਨੂੰ ਆਪਾਂ ਜਿਉਂਦਾ ਕਰਾਂਗੇ ਤਾਂ ਫਿਰ ਗੁਰੂ ਸਾਹਿਬ ਜ਼ਰੂਰ ਬਹੁਤ ਨਾਰਾਜ਼ ਹੋਣਗੇ, ਪਰ ਆਪਾਂ ਤਾਂ ਮਰੀ ਗਊ ਨੂੰ ਜਿਉਂਦਾ ਕਰਾਂਗੇ ਜੀ। ਸੁਣ ਸਤਿਗੁਰ ਤਬ ਹੋਏ ਰਸਾਵਨ, ਤੇ ਸੁਣ ਕਰਕੇ ਨਾ ਸਤਿਗੁਰੂ ਮਹਾਰਾਜ ਜੀ ਜ਼ਰੂਰ ਗੁੱਸੇ ਹੋਣਗੇ, ਤਾਂ ਆਪਾਂ ਤਾਂ ਕਿਸੇ ਬੰਦੇ ਨੂੰ ਜਿਉਂਦਾ ਨਹੀਂ ਕਰਾਂਗੇ ਜੀ। ਇਸ ਤੇ ਪੁਨਾ ਅਦਕ ਕੋ ਜਾਣ, ਇਹਦੇ ਨਾਲ ਤਾਂ ਤੁਹਾਨੂੰ ਬਹੁਤ ਵੱਡਾ ਇੱਕ ਪੁੰਨ ਲੱਗੇਗਾ ਜੀ। ਸ਼੍ਰੀ ਪ੍ਰਭ ਨਹੀਂ ਕੋਪ ਕੋ ਠਾਣ, ਤੇ ਸ੍ਰੀ ਪ੍ਰਭ ਸਤਿਗੁਰੂ ਜੀ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਗੁੱਸਾ ਕ੍ਰੋਧ ਨਹੀਂ ਕਰਨਗੇ ਜੀ। ਇਤਿਆਈ ਦਿਕ ਸਭਨ ਸੁਨਾਈ, ਤੇ ਜਦੋਂ ਇਤਿਹਾਦਿਕ ਹੋਰ ਨਾਲ ਦੇ ਸੰਗੀ ਵੀ ਆਖਦੇ ਆ ਵੀ ਹੁਣ ਤਾਂ ਇਹ ਆਪਾਂ ਨੂੰ ਕਰਨਾ ਪਵੇਗਾ, ਤਾਂ ਜਦੋਂ ਉਹਨਾਂ ਨੇ ਵੀ ਕਿਹਾ ਪਹਾੜੀ ਰਾਜੇ ਜਿਹੜੇ ਪਹਾੜੀ ਲੋਕ ਹੈ ਬਹੁਤੇ ਝਗੜਾ ਕਰ ਰਹੇ ਆ, ਵਿੱਚ ਬਹੁਤੇ ਬੇਨਤੀਆਂ ਵੀ ਕਰਦੇ ਆ ਕਿ ਤੁਸੀਂ ਗੁਰੂ ਕੇ ਸੁਪੁੱਤਰ ਹੋ, ਮੋਈ ਗਊ ਸਾਡੀ ਜਿਉਂਦੀ ਕਰ ਦਿਓ, ਤਾਂ ਵਿੱਚ ਕਈ ਝਗੜਾ ਕਰਨ ਵਾਲੇ ਗੁੱਸੇ ਵਾਲੇ ਵੀ ਆ, ਸਾਰੇ ਤਰ੍ਹਾਂ ਦੇ ਲੋਕ ਨੇ। ਤਾਂ ਜਦੋਂ ਸਾਰਿਆਂ ਵੱਲੋਂ ਹੀ ਹੋ ਗਿਆ, ਨਾਲ ਦੇ ਜਿਹੜੇ ਸੰਗੀ ਨੇ ਉਹਨਾਂ ਵੱਲੋਂ ਵੀ ਹੋ ਗਿਆ ਵੀ ਇਹ ਤਾਂ ਪੁੰਨ ਹੋਵੇਗਾ, ਤੇ ਆਪਾਂ ਇਹਨਾਂ ਦਾ ਜੋ ਇਹ ਮਨ ਦੇ ਵਿੱਚ ਇੱਛਾ ਹੈ ਉਸ ਨੂੰ ਹੁਣ ਪੂਰੀ ਕਰ ਦਈਏ ਜੀ। ਗੁਰ ਸੂਤ ਸੁਨਤ ਹਿਰਦੈ ਹੋਇਆ, ਤੇ ਸੁਣ ਕੇ ਸਾਰੇ ਪਾਸਿਆਂ ਤੋਂ ਬਾਬਾ ਗੁਰਦਿੱਤਾ ਜੀ ਨੇ ਵਿਚਾਰ ਬਹੁਤ ਕੀਤੀ ਮਨ ਦੇ ਵਿੱਚ, ਤੇ ਫਿਰ ਇਹੀ ਆਖਰ ਸਿੱਟਾ ਨਿਕਲਿਆ ਵੀ ਹੁਣ ਗਊ ਨੂੰ ਜਿਉਂਦਾ ਕਰਨ ਤੋਂ ਬਿਨਾਂ ਹੋਰ ਕੋਈ ਇਹਨਾਂ ਲੋਕਾਂ ਦਾ ਇਲਾਜ ਬਾਕੀ ਨਹੀਂ ਰਿਹਾ ਜੀ। ਅਬ ਤੋ ਅਚੀ ਹੈ ਜੀਵਾਨ, ਤੇ ਫਿਰ ਸੋਚਿਆ ਵੀ ਜੇਕਰ ਸਮਾਂ ਆਇਆ ਅਸੀਂ ਆਪਣੇ ਪ੍ਰਾਣ ਤਿਆਗ ਦਿਆਂਗੇ, ਪਰ ਆਪਣੇ ਸੇਵਕ ਦੀ ਜਿਹੜੀ ਇੱਜ਼ਤ ਹੈ, ਸੇਵਕ ਦਾ ਪੱਖ ਜ਼ਰੂਰ ਰੱਖਾਂਗੇ, ਸੇਵਕ ਤਾਂ ਇਹ ਸਾਡਾ ਹੀ ਆ। ਫਿਰ ਬਹੁਤ ਵੱਡਾ ਜੋ ਪਾਪ ਲੱਗਦਾ ਹੈ ਉਹ ਵੀ ਦੂਰ ਹੋ ਜਾਏਗਾ। ਫਿਰ ਤੀਸਰਾ ਕਿ ਗੁਰੂ ਕੇ ਪੁੱਤਰ ਤੋਂ ਗਊ ਮਰ ਗਈ, ਉਹਨਾਂ ਨੇ ਗਊ ਮਾਰ ਦਿੱਤੀ, ਇਹ ਵੀ ਬਹੁਤ ਵੱਡੀ ਗੱਲ ਹੈ। ਇਸ ਕਰਕੇ ਅਸੀਂ ਗੁਰੂ ਸਾਹਿਬ ਨੂੰ ਇਹ ਨਹੀਂ ਸੁਣ ਸਕਦੇ ਵੀ ਗੁਰੂ ਸਾਹਿਬ ਨੂੰ ਕੋਈ ਜਾ ਕੇ ਆਖੇ ਕਿ ਤੁਹਾਡੇ ਸੁਪੁੱਤਰ ਤੋਂ ਦਾ ਗਊ ਮਰ ਗਈ, ਉਹਨਾਂ ਨੇ ਗਊ ਮਾਰ ਦਿੱਤੀ। ਤਾਂ ਇਸ ਕਰਕੇ ਹੁਣ ਅਸੀਂ ਆਪ ਤੋਂ ਆਛੀ ਇਹ ਜਵਾਬਨ ਹੁਣ ਸਾਰੀਆਂ ਗੱਲਾਂ ਦੇ ਨਾਲੋਂ ਸੋਚ ਵਿਚਾਰ ਕਰਕੇ ਗਊ ਨੂੰ ਜਿਉਂਦਾ ਕਰਨਾ ਹੀ ਚੰਗਾ ਰਹੇਗਾ ਜੀ। ਸਾਹਿਤ ਪਨਾ ਅਰ ਰਾਰ ਮਿਟਾਵਨ, ਵੀ ਦੇਖੋਗਾ ਜਿਵੇਂ ਸਮਾਂ ਹੋਵੇਗਾ ਉਹ ਤੇ ਟਲ ਨਹੀਂ ਸਕਦਾ, ਪਰ ਇੱਕ ਵਾਰ ਜੋ ਗੁਰਸਿੱਖ ਤੋਂ ਪਾਪ ਹੋਇਆ ਉਹ ਲੈ ਜਾਏਗਾ, ਪੁੰਨ ਵੀ ਹੋਵੇਗਾ, ਤੇ ਨਾਲ ਨਾਲ ਰਾਰ ਮਿਟਾਵਨ ਸਾਰੇ ਤਰ੍ਹਾਂ ਦੇ ਜਿਹੜੇ ਝਗੜੇ ਆ ਇੰਨਾ ਰੌਲਾ ਪਈ ਜਾਂਦਾ ਹੈ ਇਹ ਸਾਰਾ ਮਿਟ ਜਾਏਗਾ। ਫਿਰ ਇੰਨੇ ਜਿਹੜੇ ਲੋਕ ਆ ਇਹ ਸਾਰੇ ਬੇਨਤੀਆਂ ਕਰ ਰਹੇ ਆ, ਇਹਨਾਂ ਦੀ ਗੱਲ ਵੀ ਸਾਰਿਆਂ ਦੀ ਸੁਣਨੀ ਪਊਗੀ ਜੀ। ਪਿਤਾ ਕਉ ਬਗਲੇ ਹੈ ਸਹਾਰਾ, ਤੇ ਸਾਹਮਣੇ ਦਿਸ ਵੀ ਰਿਹਾ ਵੀ ਸਾਡੇ ਪਿਤਾ ਜੀ ਜ਼ਰੂਰ ਸਾਡੇ ਨਾਲ ਨਾਰਾਜ਼ ਹੋ ਸਕਦੇ ਆ, ਗੁੱਸੇ ਵੀ ਹੋਣਗੇ ਕਿ ਜੇ ਪਿਤਾ ਸਤਿਗੁਰੂ ਜੀ ਗੁੱਸੇ ਹੋਣਗੇ ਤੇ ਸਾਨੂੰ ਉਹਨਾਂ ਦਾ ਗੁੱਸਾ ਵੀ ਸਹਾਰਨਾ ਪਊਗਾ ਜੀ। ਜਥਾ ਕਹੇ ਸੇ ਕਰ ਹੈ ਕਾਰ, ਉਸ ਤੋਂ ਬਾਅਦ ਜਿਵੇਂ ਸਾਨੂੰ ਸਾਡੇ ਪਿਤਾ ਜੀ ਕਹਿ ਦੇਣਗੇ, ਕਿਉਂਕਿ ਪਤਾ ਹੈ ਵੀ ਸਾਡੇ ਛੋਟੇ ਭਰਾ ਸਰੀਰ ਤਿਆਗ ਚੁੱਕੇ ਤੋਂ ਪਹਿਲਾਂ, ਵੀ ਜੇ ਪਿਤਾ ਜੀ ਕਹਿਣਗੇ ਤਾਂ ਸਰੀਰ ਵੀ ਅਸੀਂ ਤਿਆਗ ਦਿਆਂਗੇ, ਫਿਰ ਤਾਂ ਚਾਹੇ ਕੁਛ ਵੀ ਹੋ ਜਾਵੇ। ਇਸ ਕਰਕੇ ਜਿਵੇਂ ਸਾਨੂੰ ਸਾਡੇ ਪਿਤਾ ਜੀ ਹੁਕਮ ਕਰ ਦੇਣਗੇ ਉਸੇ ਤਰ੍ਹਾਂ ਅਸੀਂ ਕਰ ਲਵਾਂਗੇ, ਆਪਣਾ ਸਰੀਰ ਤੱਕ ਤਿਆਗ ਸਕਦੇ ਹਾਂ ਜੀ। ਇਮ ਔਰ ਲਿਆਏ ਤੋ ਰੰਗ ਸ਼ੌਰ, ਇਸੇ ਤਰ੍ਹਾਂ ਲਿਆ ਕੇ ਨਾ ਮਨ ਦੇ ਵਿੱਚ ਸਾਰੀ ਗੱਲ ਆਪਣਾ ਘੋੜਾ ਛੱਡ ਦਿੱਤਾ ਜੀ। ਆਉ ਤਰ ਗਏ ਮ੍ਰਿਤ ਤੈਨੂੰ ਔਰ, ਤੇ ਥੋੜਾ ਉੱਚੇ ਥਾਂ ਤੇ ਸੀ, ਥੱਲੇ ਆ ਕੇ ਨਾ ਜਿੱਥੇ ਉਹ ਗਊ ਸੀ ਉਸ ਦੇ ਕੋਲ ਪਹੁੰਚ ਗਏ ਆ ਜੀ। ਨੀਮ ਤਰਵਣ ਕੀ ਨਵਲਾਸੀ, ਤੇ ਦੱਸ ਰਹੇ ਨੇ ਕਵੀ ਜੀ ਕਿ ਜੋ ਨੀਮ ਭਾਵ ਨਿੰਮ ਦਾ ਦਰਖਤ ਤੇ ਉਹਦੀ ਇੱਕ ਨਵੀਂ ਛੜੀ, ਭਾਵ ਉੱਥੇ ਨਿੰਮ ਦਾ ਜੋ ਦਰਖਤ ਸੀ ਨਾ ਉਹਦੀ ਇੱਕ ਛੜੀ ਆਪਣੇ ਹੱਥ ਵਿੱਚ ਰੱਖਿਆ ਵੀ ਕਰਦੇ ਸੀ,
ਉਹ ਜਿਹੜੀ ਨਿੰਮ ਦੀ ਛੜੀ ਛਟੀ ਹੈ ਜੀ। ਉਤਰ ਗਈ ਮ੍ਰਿਤ ਤੈਨੂੰ ਔਰ। ਤੇ ਜਦੋਂ ਇਹ ਬਾਬਾ ਗੁਰਦਿੱਤਾ ਜੀ ਜਿਹੜੇ ਨੇ ਇਸ ਦੇ ਕੋਲੇ ਆਏ ਆ ਤੇ ਨਾਲ ਨਾਲ ਸ੍ਰੀ ਮੁਖ ਤੇ ਬੋਲੇ ਇਸ ਭਾਂਤ, ਉਸ ਬਾਰੇ ਦੱਸ ਰਹੇ ਨੇ ਕਿ ਤੀਮ ਤਰੋਵਰ ਕੀ ਨਵਲਾਸੀ, ਹਾਥ ਗਈ ਪਹੁੰਚੇ ਗੋਪਾਸੀ। ਹੱਥ ਵਿੱਚ ਫੜੀ ਹੋਈ ਆ ਤੇ ਗਊ ਦੇ ਕੋਲ ਪਹੁੰਚੇ ਆ। ਸਰੀਰ ਲਗਾਏ ਗਊ ਕੀ ਕੋ ਗਾਤ, ਗਾਤ ਨਾਮ ਹੈ ਸਰੀਰ ਦਾ। ਤਾਂ ਇਸ ਕਰਕੇ ਬਿੰਸ ਜਹ ਤੇਰੋ ਗਾਤ, ਉੱਥੇ ਗੁਰੂ ਸਾਹਿਬ ਨੇ ਇਹ ਵਰਤਿਆ ਕਿ ਤੇਰਾ ਸਰੀਰ ਭਾਈ ਇੱਕ ਦਿਨ ਖਤਮ ਹੋ ਜਾਏਗਾ। ਇਸੇ ਤਰ੍ਹਾਂ ਗਊ ਕੇ ਗਾਤ, ਗਊ ਦਾ ਜਿਹੜਾ ਸਰੀਰ ਹੈ ਨਾ, ਬਾਬਾ ਗੁਰਦਿੱਤਾ ਜੀ ਬਿੰਸ ਸਰੀਰ ਲਗਾਏ ਗਊ ਕੋ ਗਾਤ, ਗਾਤ ਨਾਮ ਸਰੀਰ ਦਾ, ਕਿ ਉਹਨਾਂ ਨੇ ਗਊ ਦੇ ਸਰੀਰ ਨਾਲ ਆਪਣੀ ਉਹ ਛੜੀ ਲਾਈ ਆ ਜੀ। ਸ੍ਰੀ ਮੁਖ ਤੇ ਬੋਲੇ ਇਸ ਬਾਤ। ਤੇ ਫਿਰ ਆਪਣੇ ਮੁਖ ਤੋਂ ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਆਖਣ ਲੱਗੇ ਆ ਜੀ। ਉਠੋ ਮਾਤਾ ਨਿਦਰਾ ਤਿਆਗ। ਤਾਂ ਜਿਵੇਂ ਪਹਾੜੀ ਰਾਜਿਆਂ ਦੀ ਆਪਣੀ ਬੋਲੀ ਆ, ਉਹ ਸਾਰੇ ਗਊ ਨੂੰ ਜਿਵੇਂ ਗਊ ਮਾਤਾ ਕਹਿੰਦੇ ਆ, ਉਹ ਉਹਨਾਂ ਦੇ ਆਪਣੇ ਦੀਨ ਧਰਮ ਦੀ ਗੱਲ ਹੈ। ਤਾਂ ਬਾਬਾ ਗੁਰਦਿੱਤਾ ਜੀ ਆਪਣੇ ਹਿਸਾਬ ਨਾਲ ਉਸ ਗਊ ਨੂੰ ਆਖਦੇ ਆ, ਅਬ ਨਿੰਦਰਾ ਤਿਆਗੋ, ਕਿ ਹੁਣ ਤੁਸੀਂ ਆਪਣੀ ਨਿੰਦਰਾ ਤਿਆਗ ਦਿਓ। ਇਸ ਤਰ੍ਹਾਂ ਹੋਇਆ ਜਿਵੇਂ ਗਊ ਸੁੱਤੀ ਪਈ ਹੋਵੇ। ਤਾਂ ਜਿਵੇਂ ਰਾਤ ਦੇ ਸਮੇਂ ਪਸ਼ੂ ਵੀ ਨਿੰਦਰਾ ਲੈਂਦੇ ਆ, ਸੌਂ ਜਾਂਦੇ ਆ, ਥੋੜਾ ਸਮਾਂ ਬਹੁਤਾ ਸਮਾਂ ਸੌਂਦੇ ਨਹੀਂ ਸਾਰੇ। ਤਾਂ ਆਖਿਆ ਵੀ ਹੁਣ ਤੁਹਾਡੀ ਨੀਂਦ ਪੂਰੀ ਹੋ ਗਈ ਆ, ਆਪਣੀ ਨੀਂਦ ਤੁਸੀਂ ਛੱਡ ਦਿਓ ਜੀ। ਤੇ ਨਾਲ ਬਚਨ ਆਖਿਆ ਵੀ ਜਿਵੇਂ ਪਹਿਲਾਂ ਇੱਥੇ ਤੂੰ ਚਰ ਰਹੀ ਸੀ ਨਾ, ਉਸੇ ਤਰ੍ਹਾਂ ਹੁਣ ਘਾਹ ਚਰਨ ਲੱਗ ਜਾਓ। ਉਸੇ ਤਰ੍ਹਾਂ ਬਚਨ ਕੀਤੇ। ਬਾਬਾ ਗੁਰਦਿੱਤਾ ਜੀ ਨੇ ਵਾਹਿਗੁਰੂ ਵਾਹਿਗੁਰੂ ਸ਼ਬਦ ਵਰਤਿਆ ਤੇ ਕਿਹਾ ਵੀ ਪਹਿਲਾਂ ਦੀ ਤਰ੍ਹਾਂ ਹੁਣ ਚਰਨ ਲੱਗ ਜਾਓ ਤੇ ਸਾਰਿਆਂ ਦਾ ਮਨ ਖੁਸ਼ ਹੋ ਜਾਵੇ ਜੀ। ਤੇ ਇਸ ਚੀਜ਼ ਨੂੰ ਦੇਖਣ ਵਾਸਤੇ, ਕਿਉਂਕਿ ਜਿੱਥੇ ਕੋਈ ਕਰਾਮਾਤ ਦਿਖਾਈ ਜਾਂਦੀ ਆ, ਉੱਥੇ ਲੋਕ ਹੋਰ ਵੀ ਜ਼ਿਆਦਾ ਨੇੜੇ ਹੋ ਦੇਖਦੇ ਆ ਵੀ ਕਿਵੇਂ ਦਿਖਾਉਂਦੇ ਆ ਕਰਾਮਾਤ। ਸੁਣਿਆ ਹੈ ਵੀ ਕਰਾਮਾਤ ਹੁੰਦੀ ਆ, ਕਿਉਂਕਿ ਸੁਣਿਆ ਹੁੰਦਾ ਵੀ ਕਰਾਮਾਤ ਹੁੰਦੀ ਆ, ਕੋਈ ਜਿਉਂਦੇ ਨੂੰ ਮਾਰ ਦਿੰਦਾ, ਮਰੇ ਨੂੰ ਜਿਉਂਦਾ ਕਰ ਦਿੰਦਾ, ਕਿਤੇ ਗੁਪਤ ਕਿਤੇ ਪ੍ਰਗਟ ਹੋ ਜਾਂਦਾ। ਤਾਂ ਸਾਧ ਸੰਗਤ ਜੀ ਚਾਹੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਨਹੀਂ ਵੀ ਮੰਨਦੇ ਵੀ ਨਹੀਂ ਹੁੰਦਾ ਕਰਾਮਾਤ, ਪਰ ਜੋ ਵੀ ਸੰਸਾਰ ਦੇ ਵਿੱਚ ਬਣਿਆ ਉਹ ਸਾਰਾ ਕੁਝ ਹੈ। ਜਿਵੇਂ ਗੁਰਬਾਣੀ ਚਾਹੁੰਦਾ ਹੈ, ਜਿਵੇਂ ਕਲਯੁਗ ਨੇ ਕਿਹਾ ਵੀ ਤੁਸੀਂ ਮੈਥੋਂ ਕਰਾਮਾਤਾਂ ਲੈ ਲਓ ਤੇ ਤੁਸੀਂ ਇਹ ਕਰਾਮਾਤਾਂ ਤੁਸੀਂ ਵਰਤਿਆ ਕਰੋ। ਤੇ ਗੁਰੂ ਸਾਹਿਬ ਦਾ ਵਚਨ ਇਹੀ ਹੋਇਆ ਨਾ, ਗੁਰੂ ਨਾਨਕ ਦੇਵ ਮਹਾਰਾਜ ਦਾ ਵੀ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਪਾਓ। ਇਹੀ ਕਰਾ ਉਹਨੇ ਕਹੀ ਸੀ ਵੀ ਇੱਥੇ ਜੇ ਤੁਸੀਂ ਜੇ ਪ੍ਰਗਟ ਹੋ ਜਾਓਗੇ, ਉੱਥੇ ਗੁਪਤ ਹੋ ਜਾਓਗੇ, ਲੋਕ ਤੁਹਾਡਾ ਜਸ ਕਰਨਗੇ, ਬੜੀ ਕਰਾਮਾਤ ਹੈ। ਇੱਥੇ ਦਿਸਦਾ ਸੀ ਉੱਥੇ ਦਿਸਦਾ ਨਹੀਂ, ਉੱਥੇ ਦਿਸਦਾ ਇੱਥੇ ਦਿਸਦਾ ਨਹੀਂ, ਵੀ ਬੜੀ ਕਰਾਮਾਤ ਹੈ ਇਹਦੇ ਵਿੱਚ। ਤਾਂ ਵੀ ਲੋਕ ਡਰ ਮੰਨਣ, ਭੈ ਮੰਨਣ। ਤਾਂ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਗੁਪਤ ਪ੍ਰਗਟ ਹੋਏ ਵੈਸਾ। ਪ੍ਰਤੱਖ ਅਰਥ ਨੇ ਸਾਰੇ ਇਹਦੇ ਵੀ ਗੁਪਤ ਹੋ ਜਾ, ਉੱਥੇ ਜਾ ਕੇ ਨਿਕਲ ਆਵਾਂ, ਫਿਰ ਉੱਥੋਂ ਗੁਪਤ ਹੋ ਜਾ, ਗਾਂਹ ਜਾ ਕੇ ਨਿਕਲ ਜਾਵਾਂ, ਵੀ ਮੈਂ ਇਸ ਕੰਮ ਤੇ ਹੋ ਜਾਵਾਂ। ਤੇ ਲੋਕ ਰਾਖੈ ਭਾਉ, ਲੋਕ ਮੇਰਾ ਡਰ ਰੱਖਣ ਵੀ ਇਹ ਪਤਾ ਨਹੀਂ ਕਿੱਥੋਂ ਕਿੱਧਰ ਦੀ ਕਿਹਦੇ ਕੋਲ ਆ ਜਾਣ ਤੇ ਕਿਹਨੂੰ ਬਚਾ ਸਕਦੇ ਆ, ਕਿਹਨੂੰ ਮਾਰ ਸਕਦੇ ਆ। ਇਸੇ ਕਰਕੇ ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਤੇ ਨਾਲ ਕਿਹਾ ਵੀ ਇਹੋ ਜਿਹੀ ਕਰਾਮਾਤ ਤੋਂ ਅਸੀਂ ਕੀ ਕਰਾਉਣਾ, ਕਿਉਂਕਿ ਰਿੱਧ ਸਿੱਧ ਅਵਰਾ ਸਾਧ। ਇੱਥੇ ਰਿੱਧ ਸਿੱਧ ਸ਼ਬਦ ਵਰਤਿਆ, ਰਿੱਧੀ ਵੀ ਹੁੰਦੀ ਆ, ਸਿੱਧੀ ਵੀ ਹੁੰਦੀ ਆ। ਰਿੱਧੀਆਂ ਸਿੱਧੀਆਂ, ਕੋਈ ਖਾਣਾ ਥੋੜਾ ਹੈ ਭੋਜਨ, ਉਹਨੂੰ ਬਹੁਤਾ ਚਿਰ ਵਰਤਾ ਦੇਣਾ, ਤੇ ਕੋਈ ਕਿਸੇ ਨੂੰ ਬਚਾ ਲੈਣਾ, ਕਿਸੇ ਦੇ ਸਹਾਇਕ ਹੋ ਜਾਣਾ, ਫੌਜਾਂ ਥੋੜੀਆਂ ਹੋਣ ਤੇ ਬਹੁਤ ਵੱਡੀ ਫੌਜ ਦਾ ਮੁਕਾਬਲਾ ਕਰਨਾ। ਵੀ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਹੁੰਦੀਆਂ ਨੇ, ਜਿਵੇਂ ਵੀ ਰਿੱਧੀਆਂ ਸਿੱਧੀਆਂ ਦਿਖਾਉਣੀਆਂ। ਵਚਨ ਕੀਤਾ ਉੱਥੇ ਵੀ ਤਾਂ ਹੋਰਾਂ ਦਾ ਰਸ ਹੈ, ਆਪਣਾ ਤਾਂ ਕੋਈ ਰਸ ਨਹੀਂ ਹੈ। ਲੋਕ ਉਪਮਾ ਕਰ ਦਿੰਦੇ ਆ, ਲੋਕ ਜਸ ਕਰ ਦਿੰਦੇ ਆ, ਉਹਦੇ ਨਾਲ ਮਾਨ ਅਹੰਕਾਰ ਹੋਰ ਵੱਧ ਜਾਂਦਾ। ਜਦੋਂ ਮਾਨ ਅਹੰਕਾਰ ਵੱਧ ਗਿਆ ਫਿਰ ਭਗਤੀ ਕਿਵੇਂ ਹੋਵੇਗੀ, ਭਗਤੀ 'ਚ ਮਨ ਕਿਵੇਂ ਜੁੜੂਗਾ।
ਜਦੋਂ ਮਾਨ ਹੰਕਾਰ ਹੀ ਬਹੁਤਾ ਵੱਧ ਗਿਆ। ਤਾਂ ਇਸ ਕਰਕੇ ਗੁਰੂ ਸਾਹਿਬ ਇਹਨਾਂ ਚੀਜ਼ਾਂ ਤੋਂ ਰੋਕਦੇ ਹਨ ਵੀ ਭਾਈ ਇਹਨਾਂ ਤੋਂ ਬਚ ਕੇ ਰਹਿਣਾ ਹੈ। ਤਾਂ ਇਸੇ ਕਰਕੇ ਜੋ ਕਰਾਮਾਤ ਹੈ ਉਹ ਵੀ ਜ਼ਾਹਰ ਹੈ, ਸੰਸਾਰ ਵਿੱਚ ਹੈ। ਜੇ ਗੁਰੂ ਸਾਹਿਬ ਦਾ ਪੰਜਾ ਸਾਹਿਬ ਪਹਾੜ ਦੇ ਵਿੱਚ ਦੀ ਲੰਘ ਗਿਆ ਤੇ ਅੱਜ ਉਹ ਪ੍ਰਗਟ ਹੈ। ਉਹਨੂੰ ਮਿਟਾਉਣ ਦਾ ਇੰਨਾ ਯਤਨ ਕੀਤਾ ਗਿਆ ਪਰ ਕੋਈ ਮਿਟਾ ਨਹੀਂ ਸਕਿਆ। ਪੰਜਾ ਸਾਹਿਬ ਸਥਾਨ ਗੁਰੂ ਸਾਹਿਬ ਦਾ ਪ੍ਰਗਟ ਹੈ। ਪਹਾੜ ਨੂੰ ਇੱਕ ਪੰਜਾ ਸਾਹਿਬ ਪੰਜੇ ਨਾਲ ਰੋਕ ਦਿੱਤਾ। ਇਸੇ ਕਰਕੇ ਜੋ ਦੱਸ ਰਹੇ ਨੇ ਕਵੀ ਜੀ ਵੀ ਬਾਬਾ ਗੁਰਦਿੱਤਾ ਜੀ ਦਾ ਵਚਨ ਹੋਇਆ ਵੀ ਹੁਣ ਪਹਿਲਾਂ ਦੀ ਤਰ੍ਹਾਂ ਤੁਸੀਂ ਚੱਲਣਾ ਸ਼ੁਰੂ ਕਰੋ। ਸੋਵਟ ਸਗਲ ਆਰ ਖਰੇ ਪਹਾੜੀ, ਸਾਰੇ ਸੂਰਮੇ ਤੇ ਪਹਾੜੀ ਰਾਜੇ ਖੜੇ ਹੋਏ ਦੇਖਦੇ ਪਏ ਆ ਜੀ। ਮੇਰੀ ਤੇਰੀ ਨਜ਼ਰ ਕਰਨ ਨਿਹਾਰੀ, ਉਹਨਾਂ ਨੇ ਗਊ ਦਾ ਖੂਨ ਨਿਕਲਦਾ ਦੇਖਿਆ ਸੀ, ਗਊ ਨੂੰ ਮਰਿਆ ਹੋਇਆ ਆਪਣੇ ਨੇਤਰਾਂ ਨਾਲ ਦੇਖਿਆ ਸੀ ਜੀ। ਗੁਰਪੁੱਤਰ ਜਬ ਬਲ ਬਖਾਨੇ, ਗੁਰੂ ਕੇ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਦਾ ਜਦੋਂ ਬਚਨ ਹੋ ਗਿਆ ਜੀ ਤਤ ਜਿਨ ਉਠੀ ਸੋ ਪ੍ਰਤਸਮਾਨੇ, ਤੇ ਕਹਿੰਦੇ ਭਾਈ ਬਚਨ ਹੋਣਾ ਸੀ ਤੇ ਉਸੇ ਟਾਈਮ ਉਹ ਜਿਹੜੀ ਮੋਹੀ ਹੋਈ ਗਊ ਆ ਨਾ, ਕਹਿੰਦੇ ਭਾਈ ਜਿਉਂਦੀ ਹੋ ਗਈ, ਖੜੀ ਹੋ ਗਈ। ਆਖੋ ਭਾਈ ਵਾਹਿਗੁਰੂ। ਇਹ ਗੁਰੂ ਸਾਹਿਬ ਦੇ ਸਪੁੱਤਰ ਨੇ, ਗੁਰੂ ਦੀ ਕਿਰਪਾ ਨਾਲ ਸਭ ਕੁਝ ਕਰ ਸਕਦੇ ਆ। ਉਸੇ ਸਮੇਂ ਜਿਹੜੀ ਗਊ ਆ ਖੜੀ ਹੋ ਚੁੱਕੀ ਆ। ਤ੍ਰਿਣਨ ਹਰਤ ਕੋ ਹਰ ਚਰਨੇ ਲਾਗੀ, ਦੇਖ ਸਵਨ ਬੁੱਧ ਬਿਸਮੈ ਭਾਗੀ। ਜਦੋਂ ਘਾਹ ਚਰਨ ਲੱਗੀ ਗਊ, ਸਾਰਿਆਂ ਦੇ ਦੇਖਦੇ ਦੇਖਦੇ ਸਾਰਿਆਂ ਦੀ ਬੁੱਧ ਹੈਰਾਨ ਹੋ ਗਈ। ਇੰਨੀ ਕਰਾਮਾਤ ਦੇ ਮਾਲਕ, ਇੰਨੀ ਸ਼ਕਤੀ ਦੇ ਮਾਲਕ। ਜਿਹੜਾ ਕੋਈ ਬੰਦਾ ਚੜ੍ਹਾਈ ਕਰ ਜਾਂਦਾ ਹੈ, ਪਸ਼ੂ ਚੜ੍ਹਾਈ ਕਰ ਜਾਂਦਾ ਹੈ, ਉਹਨੂੰ ਕੋਈ ਜਿਉਂਦਾ ਨਹੀਂ ਕਰ ਸਕਦਾ। ਕੋਈ ਸਾਇੰਸ ਨਹੀਂ ਕਿ ਉਹਦੇ 'ਚ ਦੁਬਾਰਾ ਸਵਾਸ ਪਾ ਦੇ। ਪਰ ਸੱਤ ਮਹਾਂਪੁਰਖ ਗੁਰਸਿੱਖ ਜਿਹੜੇ ਆ ਉਹ ਇਹ ਕਰ ਸਕਦੇ ਨੇ। ਹਰਕਤ ਹੋਏ ਹਾਥ ਭਾਰੀ ਲੈ ਗਾਉਨੇ ਜੈ ਸੁਰ ਵੀ ਸਾਰੀ, ਉਹਨਾਂ ਸਾਰਿਆਂ ਬਾਰੇ ਆਉਂਦੇ ਆ। ਕਰ ਬੰਦਨ ਕੋ ਸੁਜਸ ਉਚਾਰਤ ਗਏ ਗੁਰੂ ਮਹਿਮਾ ਔਰ ਧਾਰਤ। ਉਹ ਸਾਰੇ ਪਹਾੜੀ ਜਿਹੜੇ ਲੜਦੇ ਸੀ ਨਾ, ਉਹ ਬਾਬਾ ਗੁਰਦਿੱਤਾ ਜੀ ਦੇ ਚਰਨਾਂ 'ਚ ਆ ਡਿੱਗੇ। ਕਰ ਬੰਦਨ ਕੋ ਸੁਜਸ ਉਚਾਰਤ, ਵਡਿਆਈ ਕਰਦੇ ਆ ਬਾਬਾ ਜੀ ਤੁਸੀਂ ਧੰਨ ਹੋ, ਧੰਨ ਹੋ ਤੁਸੀਂ। ਗਏ ਗੁਰੂ ਮਹਿਮਾ ਔਰ ਧਾਰਤ, ਕਹਿੰਦੇ ਗਏ ਤਾਂ ਹੈ ਪਰ ਗੁਰੂ ਦੀ ਮਹਿਮਾ ਆਪਣੇ ਮਨ ਦੇ ਵਿੱਚ ਧਾਰਨ ਕੀਤੀ। ਬਹੁਤ ਵੱਡੀ ਮਹਿਮਾ ਹੈ ਗੁਰੂ ਦੀ ਭਾਈ, ਬਹੁਤ ਵੱਡੀ ਮਹਿਮਾ ਹੈ। ਤੇ ਇਹ ਮੁਰੀ ਹੋਈ ਗਊ ਨੂੰ ਜਿਉਂਦਾ ਕਰਤਾ ਤੇ ਉਸ ਗਾਂ ਨੂੰ ਫਿਰ ਹਰਕਤ ਹੋਏ ਹਾਂਕ ਸੰਭਾਲੀ, ਹੱਕ ਕੇ ਆਪਣੇ ਘਰ ਲੈ ਗਿਆ। ਜਿੱਥੇ ਉਹ ਮਾਲਕ ਦਾ ਘਰ ਸੀ ਉੱਥੇ ਲੈ ਕੇ ਗਏ ਆ ਤੇ ਉਸੇ ਤਰ੍ਹਾਂ ਗਊ ਨੂੰ ਆਪਣੇ ਨਾਲ ਲੈ ਕੇ। ਇਸ ਕਰਕੇ ਗੁਰਸ ਚੜੇ ਚੜੰਗਮ ਚੱਲੇ, ਸਭ ਸੰਗ ਗਮਨੇ ਸਭ ਮਿਲੇ। ਤਾਂ ਉਹ ਸਿਪਾਹੀ ਨੂੰ, ਸੇਵਾਦਾਰ ਨੂੰ ਨਾਲ ਲੈ ਕੇ ਬਾਬਾ ਗੁਰਦਿੱਤਾ ਜੀ ਨੇ ਇੱਧਰ ਕੀਰਤਪੁਰ ਸਾਹਿਬ ਨਗਰ ਵੱਲ ਚਾਬੇ ਪਾਤੇ ਆ। ਅੱਗੇ ਫਿਰ ਹੁਣ ਜਿਵੇਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਜ਼ੋਈਆਂ ਕਰਨੀਆਂ ਨੇ, ਗੁਰੂ ਸਾਹਿਬ ਦੇ ਬਚਨ ਹੁੰਦੇ ਆ, ਉਹ ਪ੍ਰਸੰਗ ਆਪਾਂ ਗੁਰੂ ਕਿਰਪਾ ਬਖਸ਼ਿਸ਼ ਨਾਲ ਅੱਗੇ ਵਿਚਾਰ ਕਰਾਂਗੇ। ਸੋ ਇੱਥੋਂ ਤੱਕ ਵਿਚਾਰ ਕਰਦਿਆਂ ਤੋਂ ਬੇਅੰਤ ਭੁੱਲਾਂ ਦੀ ਖਿਮਾ। ਸਮੂਹ ਸਾਧ ਸੰਗਤ ਤੇ ਸਤਿਗੁਰੂ ਮਹਾਰਾਜ ਬਖਸ਼ਣ ਜੋਗ ਨੇ ਜੀ। ਗੁਰ ਸੂਤ ਚੜੇ ਤੋ ਰੰਗ ਚਲੇ, ਸੋਬਟ ਸੰਗ ਗਣੇ ਸਭ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਪ੍ਰਭ ਸਰਨਾਗਤੀ ਕਿਰਪਾ ਨੇ ਦਇਆਲੇ, ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੈ ਪਾਰ, ਜੋ ਸ਼ਰਦਾ ਕਰ ਸੇਮ ਦੇ ਗੁਰ ਪਾਰ ਉਤਾਰਨਹਾਰ। ਜੋ ਸ਼ਰਦਾ ਕਰ ਸੇਮ ਦੇ ਗੁਰ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।